ਇੱਕ ਵਾਰੀ ਫੇਰ ਪੰਜਾਬ ਸਰਕਾਰ ਨੇ ਧੋਖਾ ਧੜੀ ਸਾਡੇ ਨਾਲ ਕੀਤੀ ਹੈਗੀ ਆ। ਗੱਲ ਕੀਤੀ ਹੈ ਕੈਂਡਲ ਮਾਰਚ ਕਰ ਰਹੇ ਹੋ ਕਿਉਂਕਿ ਅੱਜ ਤੁਹਾਡੀ ਮੀਟਿੰਗ ਵੀ ਸੀ, ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਤੁਹਾਡੀ? ਮੀਟਿੰਗ 'ਚ ਸਰ ਗੱਲਬਾਤ ਕੀ ਹੋਣੀ ਸੀ, ਮੀਟਿੰਗ ਹੋਈ ਨਹੀਂ ਅੱਜ ਫੇਰ। तो पटियाला आए तो पटियाला आने के बाद हरासमेंट होकर सानू जिहड़ा है कैंडल मार्च करना पड़ा इस सूती सरकार नूं जगाउण लई। ਅਸੀਂ ਕੋਈ ਨੁੱਕਰ ਲੱਗਿਆ ਇਹਨਾਂ ਦੇ ਬਾਰ-ਬਾਰ ਉੱਥੇ ਦਰਤੇ ਜਾਂਦੇ ਉੱਥੋਂ ਸਾਨੂੰ ਮੋੜ ਦਿੰਦੇ ਕਿ ਜੋ ਸਾਨੂੰ ਐਡਾ ਵੱਡਾ ਕਾਗਜ਼ ਦਿੱਤਾ ਜਾਂਦਾ ਉਹ ਸਿਰਫ ਕਾਗਜ਼ ਹੀ ਹੈ ਜੋ ਉਸ ਉੱਪਰ ਕੁਝ ਲਿਖਿਆ ਵੀ ਹੁੰਦਾ ਜਾਂ ਕਿਸੇ ਸਟੈਂਪ ਵੀ ਲੱਗੀ ਹੁੰਦੀ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਕੁਲਵਿੰਦਰ ਘੁੰਮਣ। ਵਾਈਪੀਐਸ ਚੌਂਕ ਫਿਰ ਇੱਕ ਵਾਰ ਰਾਤ ਦਾ ਸਮਾਂ ਹੋ ਚੁੱਕਿਆ ਹੈ, 10 ਵੱਜ ਚੁੱਕੇ ਨੇ। 2364 ਜਿਹੜੇ ਅਧਿਆਪਕ ਜਿਨ੍ਹਾਂ ਦੇ ਨਿਯੁਕਤੀ ਪੱਤਰ ਮਿਲਨੇ ਸੀ ਉਹ ਇੱਥੇ ਪਹੁੰਚ ਗਏ ਨੇ ਕੈਂਡਲ ਮਾਰਚ ਕਰਦੇ ਹੋਏ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਭਾਜੀ ਅੱਜ ਰਾਤ ਨੂੰ ਕੈਂਡਲ ਮਾਰਚ ਕਿਉਂ ਕੱਢਣਾ ਪਹੁੰਚੇ ਹੋ, ਕਿਉਂਕਿ ਦਿਨ ਦੇ ਸਮੇਂ ਵੀ ਪਹੁੰਚ ਸਕਦੇ ਆ। ਦੇਖੋ ਜੀ, ਅੱਜ ਸਾਡੀ ਜਿਹੜੀ ਹੈਗੀ ਆ ਮੀਟਿੰਗ ਹੋਈ ਸੀ, ਪ੍ਰਸ਼ਾਸਨ ਨੇ ਫਿਕਸ ਕਰਾਈ ਸੀ। ਸਾਨੂੰ ਜਿਹੜਾ ਹੈਗਾ ਬਿਨਾਂ ਮੀਟਿੰਗ ਤੋਂ ਜਿਹੜਾ ਹੈਗਾ ਉੱਥੋਂ ਮੋੜਨਾ ਪਿਆ ਸਾਨੂੰ। ਇੱਕ ਵਾਰੀ ਫੇਰ ਪੰਜਾਬ ਸਰਕਾਰ ਨੇ ਧੋਖਾ ਧੜੀ ਸਾਡੇ ਨਾਲ ਕੀਤੀ ਹੈਗੀ ਆ। ਪਿਛਲੀ ਵਾਰ ਵੀ 1 ਜੁਲਾਈ ਨੂੰ ਮੀਟਿੰਗ ਮਿਲੀ ਸੀ, ਉਦੋਂ ਵੀ ਸਾਡੇ ਨਾਲ ਮੀਟਿੰਗ ਕੀਤੀ। ਅੱਜ ਵੀ ਸਾਡੇ ਨਾਲ ਮੀਟਿੰਗ ਜਿਹੜੀ ਹੈਗੀ ਆ ਬੁਲਾ ਕੇ ਅਸੀਂ 11 ਵਜੇ ਤੋਂ ਉੱਥੇ ਬੈਠੇ ਸੀਗੇ ਔਰ ਜਿਹੜਾ ਹੈਗਾ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਗਈ ਅੱਜ। ਔਰ ਸਾਨੂੰ ਜਿਹੜਾ ਹੈਗਾ ਬੇਰੰਗ ਮੀਟਿੰਗ ਤੋਂ ਵਾਪਸ ਮੁੜਨਾ ਪਿਆ। ਅਸੀਂ ਉੱਥੇ ਵੀ ਪ੍ਰਦਰਸ਼ਨ ਕਰਕੇ ਆਏ ਆ। ਸੈਕਟਰੀਏਟ ਦੇ ਵਿੱਚ ਅਸੀਂ ਬਕਾਇਦਾ ਮੁਰਦਾਬਾਦ ਦੇ ਨਾਅਰੇ ਗੁੰਜਾਏ ਅਸੀਂ ਜਿਹੜਾ ਹੈਗਾ, ਔਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਗੁੰਜਾਏ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਤੁਸੀਂ ਸਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ, ਸਾਡਾ ਹੱਲ ਦਾ ਕੀ ਕਰਨਾ, ਸਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ, ਐਜ਼ ਏ ਮੰਤਰੀ ਤੋਂ ਅਸੀਂ ਕੀ ਲੈਣਾ ਹੈਗਾ। ਸਿੱਖਿਆ ਮੰਤਰੀ ਜਿਹੜੇ ਸਿੱਖਿਆ ਦਾ ਢੰਡੋਰਾ ਪਿੱਟਦੇ ਹੈਗੇ ਸੀ, ਜਿਹੜਾ ਹੈਗਾ ਸਿੱਖਿਆ ਨੂੰ 1 ਨੰਬਰ ਤੇ ਲਿਆਂਦਾ, ਤਾਂ ਜਿਹੜੇ ਅਧਿਆਪਕ ਸੜਕਾਂ ਤੇ ਰੁਲਦੇ ਫਿਰਦੇ ਹੈਗੇ ਆ, ਇਹਨਾਂ ਤੋਂ ਬਿਨਾਂ ਸਿੱਖਿਆ ਕਿਵੇਂ 1 ਨੰਬਰ ਤੇ ਆ ਜਾਏਗੀ। ਹਾਂਜੀ, ਗੱਲ ਕੀਤੀ ਹੈ ਕੈਂਡਲ ਮਾਰਚ ਕਰ ਰਹੇ ਹੋ ਕਿਉਂਕਿ ਅੱਜ ਤੁਹਾਡੀ ਮੀਟਿੰਗ ਵੀ ਸੀ, ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਤੁਹਾਡੀ? ਮੀਟਿੰਗ 'ਚ ਸਰ ਗੱਲਬਾਤ ਕੀ ਹੋਣੀ ਸੀ, ਮੀਟਿੰਗ ਹੋਈ ਨਹੀਂ ਅੱਜ ਫੇਰ। ਅਸੀਂ 11 ਵਜੇ 12 ਵਜੇ ਟਾਈਮ ਸੀ, 11 ਵਜੇ ਉੱਥੇ ਪਹੁੰਚ ਗਏ ਸੀ ਔਰ ਪੂਰਾ ਦਿਨ ਅਸੀਂ ਜਿਹੜਾ ਹੈਗਾ ਵੇਟ ਕਰਦੇ ਰਹੇ। ਸਾਡੀ ਹੁਣ ਮੀਟਿੰਗ ਕਰਵਾਈ ਜਾਏਗੀ, ਹੁਣ ਮੀਟਿੰਗ ਕਰਵਾਈ ਜਾਏਗੀ, ਪਰੰਤੂ ਜਿਹੜਾ ਹੈਗਾ ਸ਼ਾਮ ਦੇ 6 ਵਜੇ ਤੱਕ ਅਸੀਂ ਡਿੱਕਿਆ, ਕੋਈ ਮੀਟਿੰਗ ਨਹੀਂ ਹੋਈ। ਉਸ ਤੋਂ ਬਾਅਦ ਸਾਡਾ ਜਿਹੜਾ ਸਬਰ ਦਾ ਬੰਨ ਟੁੱਟਿਆ। ਅਸੀਂ ਸੜਕਾਂ ਤੇ ਆਏ ਔਰ ਸੀਐਮ ਹਾਊਸ ਵੱਲ ਨੂੰ ਕੂਚ ਕੀਤਾ ਸੀ। ਜਦੋਂ ਕੂਚ ਕੀਤਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਉੱਥੇ ਰੋਕਿਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹਾਲਾਂਕਿ ਕਿ ਜਿਹੜਾ ਸੋਮਵਾਰ ਮੀਟਿੰਗ ਕਰਵਾਈ ਜਾਵੇਗੀ, ਪਰੰਤੂ ਅੱਜ ਸਾਡੀ ਮੀਟਿੰਗ ਫੇਰ ਜਿਹੜੀ ਨਹੀਂ ਕਰਵਾਈ ਗਈ। ਸਾਨੂੰ ਇੱਕ ਵਾਰੀ ਫੇਰ ਵਾਅਦਾ ਖਿਲਾਫੀ ਸਾਹਮਣਾ ਕਰਨਾ ਪਿਆ ਔਰ ਪੰਜਾਬ ਸਰਕਾਰ ਦਾ ਨਾਕਾਮ ਚਿਹਰਾ ਸਾਹਮਣੇ ਆਇਆ ਸਾਡੇ ਸਾਹਮਣੇ। ਰਾਤ ਦਾ ਸਮਾਂ ਹੋ ਚੁੱਕਿਆ ਹੁਣ ਤੱਕ, ਕਿਉਂਕਿ ਉਦੋਂ ਵੀ ਤੁਸੀਂ ਅਰਧਨਗਰ ਦੇ ਵਿੱਚ ਜਿਹੜੀ ਹੈਗੇ ਪ੍ਰੋਟੈਸਟ ਕੀਤਾ ਸੀ, ਤੁਹਾਨੂੰ ਮੀਟਿੰਗ ਦਿੱਤੀ ਗਈ ਹੈ, ਫਿਰ ਮੀਟਿੰਗ ਦੇ ਬਾਵਜੂਦ तो पटियाला आए तो पटियाला आने के बाद हरासमेंट होकर सानू जिहड़ा है कैंडल मार्च करना पड़ा इस सूती सरकार नूं जगाउण लई। ਤੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਕਿਉਂਕਿ ਵਾਈਪੀਐਸ ਚੌਂਕ ਦੇ ਵਿੱਚ ਪਹੁੰਚ ਚੁੱਕੇ ਨੇ, ਕੈਂਡਲ ਮਾਰਚ ਲੈ ਕੇ ਇੱਥੇ ਪਹੁੰਚ ਗਏ, ਜੁੱਤੀਆਂ ਦਾ ਨਾਅਰਾ ਲਾ ਰਹੇ। ਤੁਸੀਂ ਕਿਸ ਤਰ੍ਹਾਂ ਦਾ ਨਾਅਰਾ ਲਾਏ, ਕੈਂਡਲ ਮਾਰਚ ਲੈ ਕੇ ਪਹੁੰਚੇ ਹੋ ਇੱਥੇ ਸਰਕਾਰ ਕੋਲ ਕੈਂਡਲ ਮਾਰਚ ਲੈ ਕੇ ਪਹੁੰਚੇ ਹੋ ਇੱਥੇ ਦੇ ਜਿਹੜੇ ਕੈਂਡਲ ਮਾਰਚ ਹੈ ਲਗਾਤਾਰ ਕਰਦੇ ਆ ਰਹੇ ਹੋ, ਕਿਉਂ ਮੀਟਿੰਗ ਹੋਈ ਤੁਹਾਡੀ ਉੱਥੇ ਦੇ ਜਿਹੜੀ ਕੈਪਟਨ ਸਰਕਾਰ ਨਾਲ ਕੋਈ ਮੀਟਿੰਗ ਵਗੈਰਾ ਹੋਈ? ਸਰ ਅੱਜ ਮੀਟਿੰਗ ਦਿੱਤੀ ਗਈ ਸੀ ਸਾਨੂੰ, ਜਿਹੜੀ ਬਕਾਇਦਾ ਇਹ ਲਾਰੇ ਲਾਉਂਦੇ ਰਹਿੰਦੇ ਆ। ਅੱਜ ਵੀ ਸਾਨੂੰ ਕੀ ਹੈ ਲਾਰਾ ਲਾ ਕੇ ਜਿਹੜੀ ਮੀਟਿੰਗ ਹੈ ਸਾਡੀ ਕੈਂਸਲ ਕਰਤੀ ਗਈ ਹੈ। ਅਸੀਂ ਕੋਈ ਨੁੱਕਰ ਲੱਗਿਆ ਇਹਨਾਂ ਦੇ ਬਾਰ-ਬਾਰ ਉੱਥੇ ਦਰਤੇ ਜਾਂਦੇ ਉੱਥੋਂ ਸਾਨੂੰ ਮੋੜ ਦਿੰਦੇ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਜਿਹੜੇ ਟੀਚਰ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਤੁਹਾਨੂੰ ਮੀਟਿੰਗ ਦਾ ਦਿਲਾਸਾ ਦਿੱਤਾ ਗਿਆ ਸੀ, ਅੱਜ ਮੀਟਿੰਗ ਮਿਲੀ ਸੀ, ਤਾਂ ਮੀਟਿੰਗ ਹੋਈ ਤੁਹਾਡੀ ਅੱਜ ਉਹਨਾਂ ਨਾਲ ਜਾ ਕੇ? ਸਰ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਸੀ। ਅਸੀਂ 11 ਵਜੇ ਤੋਂ ਪਹਿਲਾਂ 1 ਘੰਟਾ ਜਾ ਕੇ ਪਹੁੰਚ ਗਏ, ਪਰ ਅਸੀਂ ਉੱਥੇ 5 ਵਜੇ ਤੱਕ ਬੈਠੇ ਗਏ। CID ਜਿਨ੍ਹਾਂ ਨੇ ਸਾਨੂੰ ਇੱਥੋਂ ਮੀਟਿੰਗ ਦਵਾਈ ਸੀ, ਵਰੁਣ ਸ਼ਰਮਾ ਨੇ ਦਵਾਈ ਸੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਉੱਥੇ ਜਾ ਕੇ ਸਾਡੀ ਮੀਟਿੰਗ ਕੈਂਸਲ ਕਰ ਦਿੱਤੀ ਗਈ। ਅਸੀਂ ਬਹੁਤ ਹੀ ਗਰੀਬ ਪਰਿਵਾਰਾਂ ਚੋਂ ਹਾਂ, ਪਤਾ ਨਹੀਂ ਅਸੀਂ ਕਿਰਾਇਆ ਕਿਵੇਂ ਇਕੱਠਾ ਕਰਕੇ ਉੱਥੇ ਪਹੁੰਚਦੇ ਹਾਂ, ਪਰ ਜਦੋਂ ਉੱਥੇ ਪਹੁੰਚਦੇ ਹਾਂ ਤਾਂ ਸਾਡੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਜਾਂਦੀਆਂ। ਅਸੀਂ ਪ੍ਰਸ਼ਾਸਨ ਤੋਂ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਜੋ ਸਾਨੂੰ ਐਡਾ ਵੱਡਾ ਕਾਗਜ਼ ਦਿੱਤਾ ਜਾਂਦਾ ਉਹ ਸਿਰਫ ਕਾਗਜ਼ ਹੀ ਹੈ ਜੋ ਉਸ ਉੱਪਰ ਕੁਝ ਲਿਖਿਆ ਵੀ ਹੁੰਦਾ ਜਾਂ ਕਿਸੇ ਸਟੈਂਪ ਵੀ ਲੱਗੀ ਹੁੰਦੀ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ। ਅਸੀਂ ਸਿਰਫ ਇਹੀ ਪੁੱਛਣਾ ਹੈ ਜੀ। ਜਦੋਂ ਕਿ ਤੁਹਾਨੂੰ ਮੀਟਿੰਗ ਦੇ ਹੀ ਦਿੱਤੀ ਉਹਨਾਂ ਨੇ, ਤੁਸੀਂ ਪੱਕੇ ਮੁਲਾਜ਼ਮ ਵੀ, ਉਹਨਾਂ ਨੇ ਲੈਟਰ ਵੀ ਦੇਣਾ ਉਹਨਾਂ ਨੇ, ਫਿਰ ਤੁਹਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ, ਲੇਟ ਕਿਉਂ ਕਰ ਰਹੇ ਨੇ? ਸਰ ਕਾਰਨ ਅਸੀਂ ਇਹੀ ਕਾਰਨ ਪੁੱਛਣਾ ਚਾਹੁੰਦੇ ਆ ਕਿ ਕਾਰਨ ਕੀ ਹੈ ਕਿ ਉਹ ਸਾਡੀ ਮਿਹਨਤ ਦਾ ਮੁੱਲ ਸਾਨੂੰ ਨਹੀਂ ਦੇਣਾ ਚਾਹੁੰਦੇ, ਕਿ ਸਾਨੂੰ ਉਹ ਪੰਜਾਬ ਦੇ ਵਸਨੀਕ ਨਹੀਂ ਸਮਝਦੇ, ਤਾਂ ਜੋ ਸਾਡੇ ਤੋਂ ਮੀਟਿੰਗ ਕਰਨ ਤੋਂ ਉਹ ਭੱਜਦੇ ਹਨ। ਅਸੀਂ ਇਹੀ ਗੱਲ ਪੁੱਛਣਾ ਚਾਹੁੰਦੇ ਹਾਂ ਉਹਨਾਂ ਤੋਂ। ਅਸੀਂ ਚਾਹੁੰਦੇ ਹਾਂ ਜੇ ਸਾਨੂੰ ਉਹ ਕਾਗਜ਼ ਦਿੱਤਾ ਗਿਆ ਜਿਸ ਨੂੰ ਤੁਸੀਂ ਕੁਝ ਸਮਝਦੇ ਹੋ ਤਾਂ ਉਸ ਤੇ ਪੂਰ ਉਤਰੋ, ਕਿਉਂਕਿ ਅਸੀਂ ਆਪਣੇ ਬਹੁਤ ਗਰੀਬ ਪਰਿਵਾਰਾਂ ਚੋਂ ਉੱਠ ਕੇ ਇੱਥੇ ਤੱਕ ਆਏ ਹਾਂ। ਅਸੀਂ ਚਾਹੁੰਦੇ ਹਾਂ, ਅਸੀਂ ਧੀਆਂ ਅੱਜ ਰਾਤ ਨੂੰ ਰੁਲ ਰਹੀਆਂ ਹਾਂ। ਇਹ ਪੰਜਾਬ ਸਰਕਾਰ ਰੋ ਰਹੀ ਹੈ ਜਿਹੜੀ ਕਹਿੰਦੀ ਹੈ ਕਿ ਧੀ ਨੂੰ ਪੜਾਓ ਤੇ ਧੀ ਨੂੰ ਬਚਾਓ। ਪੰਜਾਬ ਸਰਕਾਰ ਨੇ ਅੱਜ ਇੱਥੇ ਗਲਤ ਪਾ ਰੱਖਿਆ ਹੈ। ਇਹ ਪੰਜਾਬ ਸਰਕਾਰ ਧੀਆਂ ਨੂੰ ਅੱਗੇ ਨਹੀਂ ਹੈ, ਪਿੱਛੇ ਲੈ ਕੇ ਜਾ ਰਹੀ ਹੈ।
ਰਾਤ ਦਾ ਸਮਾਂ ਹੋ ਚੁੱਕਿਆ ਹੈ ਕਿ ਦਿਨ ਦੇ ਵਿੱਚ ਕਿਉਂ ਨਹੀਂ ਪ੍ਰੋਟੈਸਟ, ਹੁਣ ਰਾਤ ਨੂੰ ਕਿਉਂ ਕਰਨ ਵਾਸਤੇ ਪਹੁੰਚੇ ਇੱਥੇ? ਸਰ ਅਸੀਂ ਰਾਤ ਦੇ 8 ਵਜੇ ਮੀਟਿੰਗ ਕਰਕੇ ਉੱਥੋਂ ਜਿਹੜੀ ਮੀਟਿੰਗ ਵਾਸਤੇ ਗਏ ਸੀ ਉੱਥੋਂ ਆਏ ਹਾਂ। 10 ਬੰਦੇ ਗਏ ਹੋਏ ਸੀ, ਸਾਡੇ ਸਾਥੀ ਸਾਡਾ ਇੰਤਜ਼ਾਰ ਕਰ ਰਹੇ ਸੀ। ਜਦੋਂ ਅਸੀਂ ਆ ਕੇ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਇਹ ਬਣਿਆ, ਅਸੀਂ ਰੋਜ਼ ਵਿੱਚ ਇਹ ਮਾਰਚ ਕਰ ਰਹੇ ਹਾਂ ਜੀ। ਸਰਕਾਰ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਹਾਂ ਤੁਹਾਡੇ ਤੇ ਜਿਹੜੇ ਹੈਗੇ ਨੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਫਿਰ ਜਦੋਂ ਕੋਰਟ ਦਾ ਫੈਸਲਾ ਆਏਗਾ ਉਸ ਟਾਈਮ ਅਸੀਂ ਫਿਰ ਕਰਾਂਗੇ। ਸਰ ਕੋਰਟ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਸਰਕਾਰ ਦਾ ਜੋ ਵੀ ਨੁਮਾਇੰਦਾ ਵਕੀਲ ਉੱਥੇ ਪਹੁੰਚਦਾ ਸਰਕਾਰ ਭੇਜਦੀ ਹੈ। ਪਹਿਲੀ ਵਾਰ ਤਾਂ ਉਹ ਹਰੇਕ ਵਾਰ ਅੱਡ-ਅੱਡ ਹੁੰਦਾ ਹੈ। ਇੱਕ ਟੀਚਰ ਜਦੋਂ ਇੱਕ ਬੱਚੇ ਨੂੰ ਕੁਝ ਦੱਸਦਾ ਹੈ ਤਾਂ ਉਹ ਇੱਕ ਟੀਚਰ ਹੀ ਹੁੰਦਾ ਹੈ, ਪਰ ਸਾਡੇ ਵਾਸਤੇ ਸਰਕਾਰ ਅਲੱਗ-ਅਲੱਗ ਵਕੀਲ ਭੇਜ ਰਹੀ ਹੈ। ਫਿਰ ਉਹ ਬੇਸਿਕ ਕੁਝ ਵੀ ਨਹੀਂ ਕਰ ਸਕਦਾ, ਕੁਝ ਵੀ ਨਹੀਂ ਉਹਨੂੰ ਪਤਾ ਹੈਗਾ। ਉਸ ਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਮਸਲਾ ਕੀ ਹੈ, ਇਸ ਕੇਸ ਤੇ ਕੇਸ ਕਿੰਨੇ ਲੱਗੇ ਹੋਏ ਹਨ। ਜਦੋਂ ਜੱਜ ਨੇ ਪੁੱਛਿਆ ਕਿ ਸਰਕਾਰੀ ਵਕੀਲ ਤੋਂ ਪੁੱਛਿਆ ਗਿਆ ਕਿ ਇਸ ਕੇਸ ਤੇ ਕਿੰਨੇ ਕੇਸ ਹਨ, ਤਾਂ ਵਕੀਲ ਨੂੰ ਉਸਦਾ ਜਵਾਬ ਨਹੀਂ ਪਤਾ ਸੀ। ਕੀ ਗੱਲ ਸਾਡਾ ਮਸਲਾ ਇੰਨਾ ਹਲਕਾ ਹੈ? ਅਸੀਂ ਲੋਕ ਇੰਨੇ ਹਲਕੇ ਹਾਂ? ਅਸੀਂ ਇਹੀ ਕਹਿੰਦੇ ਹਾਂ ਕਿ ਜੋ ਵੀ ਵਕੀਲ ਉੱਥੇ ਜਾਵੇ ਸਰਕਾਰ ਵੱਲੋਂ ਭੇਜਿਆ ਜਾਵੇ, ਉਹ ਟ੍ਰੇਨਡ ਹੋਵੇ ਅਨਟ੍ਰੇਨਡ ਹੋਵੇ। ਸਰਕਾਰ ਦੇ ਵਕੀਲ ਮਰ ਕੇ ਜਦੋਂ ਇਹਨਾਂ ਦੇ ਕੇਸ ਹੁੰਦੇ ਨੇ, ਇਹਨਾਂ ਦੇ ਘਪਲੇ ਹੁੰਦੇ ਨੇ, ਉਦੋਂ ਸਰਕਾਰਾਂ ਕੋਲ ਵਕੀਲ ਕਦੋਂ ਹੁੰਦੇ ਨੇ? ਸਾਡੇ ਵਾਰੀ ਵਕੀਲ ਇਹਨਾਂ ਕੋਲੇ ਬਿਲਕੁਲ ਨਕਮੇ ਵਕੀਲ ਉੱਥੇ ਭੇਜ ਰਹੇ, ਤਾਂ ਹੀ ਇਹ ਸਰਕਾਰ ਸਾਥੋਂ ਟਾਰੀ। ਅਸੀਂ ਅੱਜ ਸਿਰਫ ਇਹੀ ਪੁੱਛਣਾ ਚਾਹੁੰਦੇ ਸੀ ਇਹ ਜੀ ਪੰਜਾਬ ਤੋਂ ਕਿ ਸਾਨੂੰ ਵਧੀਆ ਤੋਂ ਵਧੀਆ ਵਕੀਲ ਦਿਓ ਤਾਂ ਜੋ ਸਾਡੇ ਕੇਸ ਦਾ ਮਸਲਾ ਹੱਲ ਹੋ ਸਕੇ। ਸਾਡਾ ਕੇਸ ਕੁਝ ਵੀ ਨਹੀਂ ਹੈ, ਪਰ ਸਰਕਾਰ ਨੇ ਉਸ ਨੂੰ ਲਟਕਾ ਕੇ ਰੱਖ ਰੱਖਿਆ ਹੈ। 10 ਨੰਬਰ ਦਾ ਕੀ ਰੋਲ ਹੈ ਕਿ 10 ਨੰਬਰ ਇਹਨਾਂ ਨੂੰ ਵੱਧ ਨੇ ਜਾਂ ਘੱਟ ਨੇ? 10 ਨੰਬਰ ਦਾ ਕੀ ਰੋਲ ਹੈ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ? ਸਰ 10 ਨੰਬਰਾਂ ਦਾ ਕੋਈ ਰੋਲਾ ਨਹੀਂ ਹੈ। 2364 ਦੀ ਭਰਤੀ ਹੈ, ਉਸ 10 ਨੰਬਰ ਵੀ ਸਰਕਾਰ ਨੇ ਨੋਟੀਫਿਕੇਸ਼ਨ ਕੱਢਿਆ, ਉਹਨਾਂ ਦਾ ਪੇਪਰ ਲਿਆ ਤਾਂ ਉਹ ਇੱਥੇ ਤੱਕ ਪਹੁੰਚੇ ਹਨ। ਸਰ ਅਮੈਂਡਮੈਂਟ ਹੋਈ ਹੈ ਸਾਰੇ। ਇਹ ਕੋਈ ਮਸਲਾ ਨਹੀਂ, ਇਹ ਸਰਕਾਰ ਨੇ ਮਸਲਾ ਬਣਾਇਆ ਹੈ। ਜੇ ਸਰਕਾਰ ਨੇ ਨੋਟੀਫਿਕੇਸ਼ਨ ਵਿੱਚ 10 ਨੰਬਰਾਂ ਦੀ ਗੱਲ ਕਰੀ ਸੀ ਤਾਂ ਹੀ ਬੱਚਿਆਂ ਨੂੰ 10 ਨੰਬਰ ਮਿਲੇ ਨੇ। ਅੱਜ ਉਹੀ 10 ਨੰਬਰ ਇਹਨਾਂ ਵਾਸਤੇ ਕਿਉਂ ਹਊਆ ਬਣ ਚੁੱਕੇ ਹਨ? ਕਿਉਂ ਕੇਸਾਂ ਵਿੱਚ ਕਿਉਂ ਨਹੀਂ ਸਰਕਾਰ ਕਹਿੰਦੀ ਇਹ ਗੱਲ ਕਿ ਇਹ 10 ਨੰਬਰ ਅਸੀਂ ਨੇ ਦਿੱਤੇ ਨੇ, ਨੋਟੀਫਿਕੇਸ਼ਨ ਜਾਰੀ ਹੋਇਆ, ਅਮੈਂਡਮੈਂਟ ਹੋਈ ਆ ਤਾਂ ਇਹ ਬੱਚੇ ਬੈਠੇ ਨੇ। ਇਹ ਕੋਈ ਮਸਲਾ ਨਹੀਂ। ਸਰਕਾਰ ਸਾਨੂੰ ਸਿਰਫ ਨਿਯੁਕਤੀ ਪੱਤਰ ਜਾਰੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਜਦੋਂ ਇਹਨਾਂ ਦੇ ਅਯਾਸ਼ ਕੰਮ ਕਰਨੇ ਹੋਣ, ਜਦੋਂ ਇਹਨਾਂ ਨੇ ਐਸ਼ ਪ੍ਰਸਤੀ ਕਰਨੀ ਹੋਵੇ, ਉਸ ਟਾਈਮ ਪੈਸਾ ਨਿਕਲੇ, ਪਰ ਆਮ ਲੋਕਾਂ ਵਾਸਤੇ ਇਹਨਾਂ ਕੋਲੇ ਕੋਈ ਪੈਸਾ ਨਹੀਂ। ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੇ, ਉਹਨਾਂ ਨੂੰ ਸੜਕਾਂ ਤੇ ਲੋੜ ਰੱਖਿਆ। ਜਿਹੜੇ ਈਟੀਟੀ ਅਧਿਆਪਕ ਜਿਹੜਾ ਬੇਰੋਜ਼ਗਾਰ ਉਹ ਟਾਵਰ ਦੇ ਉੱਪਰ ਬੈਠਾ, ਫਿਰ ਉਹ ਉਹਨਾਂ ਦਾ ਕੀ ਮਸਲਾ ਵਿੱਚ ਕਿ ਉਹ ਤੁਹਾਡੇ ਨਾਲ ਸਾਥੀ ਨਹੀਂ ਹੈਗੇ? ਸਰ ਸਾਡੇ ਸਾਥੀ ਨੇ, ਪਰ ਅਸੀਂ ਸਿਲੈਕਟਡ 2364 ਹੈ, ਉਹਨਾਂ ਦਾ ਪੇਪਰ ਹੋਇਆ, ਉਹ ਸਾਥੀ ਸਾਡੇ ਉਸ ਜਿਹੜੇ ਅਸੀਂ ਪੇਪਰ ਦਿੱਤਾ ਸੀ ਉਹਦੇ ਵਿੱਚ ਨਹੀਂ ਆਏ। ਉਹਨਾਂ ਦਾ ਅਲੱਗ ਮਸਲਾ, ਸਾਡਾ ਅਲੱਗ ਮਸਲਾ। ਉਹਨਾਂ ਦਾ ਨਵੀਂ ਭਰਤੀ ਦਾ ਮਸਲਾ ਹੈ, ਸਾਡਾ 2364 ਸਿਲੈਕਟਡ ਯੂਨੀਅਨ ਦਾ ਸਿਰਫ ਜੁਆਇਨਿੰਗ ਦਾ ਮਸਲਾ ਹੈ। ਉਹ ਨਵੀਂ ਭਰਤੀ ਭਾਲਦੇ ਨੇ, ਅਸੀਂ ਆਪਣੀ ਜੁਆਇਨਿੰਗ ਭਾਲਦੇ ਹਾਂ। ਹੁਣ ਤੁਸੀਂ ਇੱਥੇ ਕੈਂਡਲ ਜਿਹੜਾ ਲੈ ਕੇ ਪਹੁੰਚੇ ਹੋਏ ਹੋ, ਤੇ ਹੁਣ ਕੀ ਤੁਸੀਂ ਇੱਥੇ ਬੈਠੋਗੇ ਜਾਂ ਕਿਸ ਤਰ੍ਹਾਂ ਕੈਂਡਲ ਲਗਾ ਕੇ? ਸਰ ਅਸੀਂ ਸ਼ਾਂਤਮਈ ਢੰਗ ਨਾਲ ਜਾਵਾਂਗੇ। ਅਸੀਂ ਇੱਕ ਸੰਕੇਤ ਦੇਣ ਆਏ ਸੀ, ਜੇ ਸਾਡੀ ਅਗਲੀ ਮੀਟਿੰਗ ਰੱਦ ਹੁੰਦੀ ਹੈ ਤਾਂ ਅਸੀਂ ਕੁਝ ਵੀ ਕਰਾਂਗੇ। ਹੁਣ ਕਿਦਾਂ ਦੀ ਮੀਟਿੰਗ ਦਿੱਤੀ ਗਈ ਹੈ ਤੁਹਾਨੂੰ ਇੱਥੇ ਪ੍ਰਸ਼ਾਸਨ? ਸੋਮਵਾਰ ਦੀ ਸਾਨੂੰ ਇੱਕ ਪਤਾ ਕੀ ਗੱਲ ਹੈ ਸਰ, ਸਾਨੂੰ ਸਿਰਫ ਉਹ ਵੀ ਲਾਰਾ ਹੀ ਲੱਗ ਰਿਹਾ ਹੈ, ਕਿਉਂਕਿ ਪਹਿਲਾਂ ਸਾਡੀ 1 ਤਰੀਕ ਦੀ ਮੀਟਿੰਗ ਰੱਦ ਕਰੀ ਗਈ, ਹੁਣ ਸਾਡੀ ਇਹ ਮੀਟਿੰਗ ਰੱਦ ਕਰੀ ਗਈ। ਸੋਮਵਾਰ ਦੀ ਮੀਟਿੰਗ ਦਾ ਵੀ ਸਾਨੂੰ ਕੋਈ ਭਰੋਸਾ ਨਹੀਂ। ਅਸੀਂ ਪ੍ਰਸ਼ਾਸਨ ਤੋਂ ਸਿਰਫ ਇਹੀ ਚਾਹੁੰਦੇ ਹਾਂ ਕਿ ਜੇ ਸਾਨੂੰ ਇੱਕ ਇੱਥੇ ਪੱਤਰ ਦਿੱਤਾ ਜਾਂਦਾ, ਸਰਕਾਰ ਨੂੰ ਕਿਹਾ ਜਾਵੇ ਕਿ ਅਸੀਂ ਵੀ ਨਾ ਖੱਜਲ ਖਵਾਰ ਹੋਈਏ ਤੇ ਵੀ ਨਾ ਹੋਏ, ਸਰਕਾਰ ਉਸ ਤੇ ਖਰੀ ਉਤਰੇ। ਸਿਰਫ ਅਸੀਂ ਇਹੀ ਦੱਸਣਾ। ਤੁਸੀਂ ਜਿਹੜਾ ਧਰਨਾ ਲਗਾ ਰੱਖਿਆ ਪੱਕਾ, ਜਿਹੜਾ ਦੁਖਨਵਾਰ ਚੌਂਕ ਹੈ ਉੱਥੇ ਧਰਨਾ ਵੀ ਲਗਾ ਰੱਖਿਆ ਹੈ, ਜਦ ਕਿ ਕਿਹਾ ਗਿਆ ਸੀ ਕਿ ਮੀਟਿੰਗ ਹੋ ਰਹੀ ਹੈ ਤੁਹਾਡੀ, ਫਿਰ ਵੀ ਤੁਸੀਂ ਧਰਨਾ ਲਗਾ ਲਿਆ ਉੱਥੇ ਪੱਕਾ? ਸਰ ਸਾਨੂੰ ਪਤਾ ਸੀ ਸਰਕਾਰਾਂ ਪਹਿਲਾਂ ਝੂਠੇ ਲਾਰੇ ਲਾਉਂਦੀਆਂ ਰਹੀਆਂ ਤੇ ਅੱਗੇ ਵੀ ਲਾਉਂਦੀਆਂ ਰਹਿਣਗੀਆਂ। ਸਾਨੂੰ ਪਤਾ ਸੀ, ਕਿਉਂਕਿ ਅਸੀਂ ਅੰਡਰਸਟੂਡ ਸੀ ਕਿ ਸਾਡੇ ਨਾਲ ਕੁਝ ਨਾ ਕੁਝ ਹੋਏਗਾ। ਜੇ ਅਸੀਂ ਉੱਥੇ 4 ਬੰਦੇ ਇਕੱਠੇ ਨਾ ਹੁੰਦੇ ਤਾਂ ਅੱਜ ਇੱਥੇ ਵੀ ਨਾ ਹੁੰਦੇ। ਸੋ ਤੁਸੀਂ ਦੇਖਿਆ ਕਿ ਸ਼ਾਂਤੀਪੂਰਵਕ ਜਿਹੜਾ ਕੈਂਡਲ ਮਾਰਚ ਦੁਖਨਵਾਰ ਸਾਹਿਬ ਚੌਂਕ ਤੋਂ ਜਿਹੜਾ ਵਾਈਪੀਐਸ ਚੌਂਕ ਦੇ ਵਿੱਚ ਕੱਢਿਆ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਇੱਕ ਪਾਸੇ ਜਿਹੜੇ 2364 ਜਿਹੜੇ ਅਧਿਆਪਕ ਨੇ ਤੇ ਦੂਸਰੇ ਪਾਸੇ ਪੁਲਿਸ ਫੋਰਸ ਜਿਹੜੀ ਤੈਨਾਤ ਖੜੀ ਹੈ ਵਾਈਪੀਐਸ ਚੌਂਕ ਦੇ ਵਿੱਚ, ਕਿਉਂਕਿ ਇਹਨਾਂ ਦੇ ਜਿਹੜੇ ਹੈਗੇ ਮੰਗਾਂ ਨੇ ਨਾ ਹੀ ਸਰਕਾਰ ਸੁਣਦੀ ਪਈ ਹੈ। ਇਹਨਾਂ ਕਹਿ ਰਹੇ ਕਿ ਸਾਨੂੰ ਜਿਹੜੇ ਹੈਗੇ ਸਾਡੇ ਜਿਹੜੇ ਨਿਯੁਕਤੀ ਪੱਤਰ ਉਹ ਦਿੱਤੇ ਜਾਣ। ਅਸੀਂ ਇਸ ਲਈ ਇਹਨਾਂ ਨੂੰ ਚੇਤਾਉਣ ਵਾਸਤੇ ਇਹ ਜੇ ਕੈਂਡਲ ਮਾਰਚ ਕਰ ਰਹੇ ਹਾਂ। ਸਾਨੂੰ ਸੋਮਵਾਰ ਦੀ ਜਿਹੜੀ ਮੀਟਿੰਗ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਨਾ ਫੈਸਲਾ ਹੋਇਆ ਤੇ ਅਸੀਂ ਵੱਡਾ ਸੰਘਰਸ਼ ਉਲੀਕਾਂਗੇ। ਪਟਿਆਲਾ ਤੋਂ ਕੈਮਰਾਮੈਨ ਯਾਦਵਿੰਦਰ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ।